सत श्री अकाल। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ NRI ਵਰਡ ਦੇ ਵਿੱਚ। ਸਮੱਸਿਆਵਾਂ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਨੇ, ਇੰਪੋਰਟੈਂਟ ਹਿੱਸਾ ਨੇ। ਸਮੱਸਿਆਵਾਂ ਸਾਨੂੰ ਕ੍ਰੀਏਟਿਵ ਬਣਾਉਂਦੀਆਂ ਨੇ। ਸਮੱਸਿਆਵਾਂ ਸਾਡੇ ਨਾਲ ਪਹਿਚਾਨ ਕਰਾਉਂਦੀਆਂ ਨੇ ਕਿ ਅਸੀਂ ਕਿਸ ਮਿੱਟੀ ਦੇ ਬਣੇ ਹਾਂ। ਸਮੱਸਿਆਵਾਂ ਸਾਨੂੰ ਦੱਸਦੀਆਂ ਨੇ ਕਿ ਅਸੀਂ ਕਿੰਨੇ ਕੁ ਪਾਣੀ 'ਚ ਹਾਂ। ਸਮੱਸਿਆਵਾਂ ਸਾਨੂੰ ਦੱਸਦੀਆਂ ਨੇ ਕਿ ਸਾਡੀ ਕਾਬਲੀਅਤ ਕੀ ਹੈ। ਸਮੱਸਿਆਵਾਂ ਜ਼ਿੰਦਗੀ ਨੂੰ ਤਰੱਕੀ ਬਖਸ਼ਦੀਆਂ ਨੇ। ਜਦੋਂ ਤੱਕ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਨਹੀਂ ਹੈ, ਅਸੀਂ ਕੋਈ ਕੰਮ ਨਹੀਂ ਕਰਦੇ, ਤੇ ਜਦੋਂ ਸਮੱਸਿਆ ਆਉਂਦੀ ਹੈ ਅਸੀਂ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੋਂ ਸਾਡੀ ਤਰੱਕੀ ਦੇ ਰਾਹ ਨਿਕਲਦੇ ਨੇ, ਕਿਉਂਕਿ ਅਦਰਵਾਈਜ਼ ਅਸੀਂ ਕੰਫਰਟ ਜ਼ੋਨ ਦੇ ਵਿੱਚ ਬੈਠੇ ਰਹਿੰਦੇ ਹਾਂ, ਕਿਉਂਕਿ ਸਾਨੂੰ ਕੋਈ ਸਮੱਸਿਆ ਨਹੀਂ ਹੈ। ਪਰ ਜਦੋਂ ਕੋਈ ਸਮੱਸਿਆ ਸਾਨੂੰ ਤੰਗ ਕਰਦੀ ਹੈ, ਅਸੀਂ ਕੰਫਰਟ ਜ਼ੋਨ ਵਿੱਚੋਂ ਬਾਹਰ ਨਿਕਲਦੇ ਹਾਂ ਤੇ ਆਪਣੇ ਸਾਰੇ ਹੀਲੇ ਵਸੀਲੇ ਇਸਤੇਮਾਲ ਕਰਦੇ ਹਾਂ, ਸੋਰਸਿਸ ਇਸਤੇਮਾਲ ਕਰਦੇ ਹਾਂ, ਆਪਣਾ ਟੈਲੈਂਟ ਇਸਤੇਮਾਲ ਕਰਦੇ ਹਾਂ ਕਿ ਕਿਸ ਤਰ੍ਹਾਂ ਇਸ ਮੁਸੀਬਤ ਤੋਂ ਬਾਹਰ ਨਿਕਲਿਆ ਜਾਵੇ। ਤੇ ਇਹੀ ਸਾਡੀ ਤਰੱਕੀ ਦੀ ਰਾਹ ਬਣਦੀ ਹੈ। ਤਰੱਕੀ ਦੀ ਰਾਹ ਸਾਨੂੰ ਸਾਡੀ ਮੁਸੀਬਤ ਹੀ ਬਖਸ਼ਦੀ ਹੈ। ਕਹਿੰਦੇ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਜ਼ਿੰਦਗੀ ਦੇ ਵਿੱਚ ਕੋਈ ਮੁਸੀਬਤ ਆਵੇ, ਤੇ ਫਿਰ ਤਾਂ ਜੀ ਤੁਸੀਂ ਜਿਉਣਾ ਹੀ ਛੱਡ ਦਿਓ, ਕਿਉਂਕਿ ਜਦੋਂ ਤੱਕ ਤੁਸੀਂ ਜਿਉਣਾ ਹੈ ਮੁਸੀਬਤਾਂ ਆਉਣੀਆਂ ਨੇ, ਤੇ ਮੁਸੀਬਤਾਂ ਨੂੰ ਤੁਸੀਂ ਆਪਣੀ ਤਾਕਤ ਬਣਾਉਣਾ ਹੈ ਤਾਂ ਕਿ ਤੁਸੀਂ ਉਹਦੇ ਵਿੱਚੋਂ ਆਪਣੀ ਤਰੱਕੀ ਦੇ ਰਾਹ ਲੱਭ ਸਕੋ ਤੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰ ਕੇ ਬਹੁਤ ਵੱਡੇ ਅਹੁਦਿਆਂ ਤੇ ਪਹੁੰਚ ਸਕੋ, ਤੇ ਆਪ ਵੀ ਖੁਸ਼ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦਾ ਤੁਹਾਨੂੰ ਭਰਪੂਰ ਫਾਇਦਾ ਹੋਵੇ, ਖੂਬ ਫਾਇਦਾ ਹੋਵੇ। ਸੋ ਜਦੋਂ ਅਸੀਂ NRI ਵੀਰਾਂ ਦੀ ਗੱਲ ਕਰਦੇ ਹਾਂ, ਨਾਨ ਰੈਜ਼ੀਡੈਂਟ ਇੰਡੀਅਨਸ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਨੂੰ ਵੀ ਕਈ ਸਮੱਸਿਆਵਾਂ ਸਾਹਮਣੇ ਫੇਸ ਕਰਨੀਆਂ ਪੈਂਦੀਆਂ ਨੇ। ਕਿਉਂ? ਕਿਉਂਕਿ ਉਹਨਾਂ ਸਾਰਿਆਂ ਦਾ ਪਿਆਰ ਬਣਿਆ ਹੋਇਆ ਹੈ ਆਪਣੇ ਭਾਰਤ ਦੇਸ਼ ਦੇ ਨਾਲ, ਆਪਣੇ ਪੰਜਾਬ ਦੀ ਧਰਤੀ ਦੇ ਨਾਲ, ਪੰਜਾਬ ਦੇਸ਼ ਦੇ ਨਾਲ। ਸੋ ਉਹਨਾਂ ਦਾ ਜੋ ਜੀ ਹੈ ਹਮੇਸ਼ਾ ਉੱਥੇ ਜਾ ਕੇ ਲੱਗਦਾ ਹੈ। ਕਹਿੰਦੇ ਨੇ ਕਿ ਇਨਸਾਨ ਦੀ ਆਤਮਾ ਉਹਦੇ ਸਰੀਰ 'ਚ ਨਹੀਂ ਹੁੰਦੀ, ਇਨਸਾਨ ਦੀ ਆਤਮਾ ਉੱਥੇ ਹੁੰਦੀ ਹੈ ਜਿੱਥੇ ਉਹਦਾ ਪਿਆਰ ਵਸਦਾ ਹੈ, ਜਿੱਥੇ ਉਹਦਾ ਧਿਆਨ ਵਸਦਾ ਹੈ। ਤੇ ਸਾਡੇ ਵੀਰਾਂ ਦਾ ਪਿਆਰ ਜਿਹੜੇ ਵਿਦੇਸ਼ੀ ਧਰਤੀ ਤੇ ਜਾ ਕੇ ਰਹਿੰਦੇ ਨੇ, ਸਾਡੀਆਂ ਮਾਤਾਵਾਂ ਭੈਣਾਂ ਦਾ ਪਿਆਰ ਜਿਹੜੀਆਂ ਵਿਦੇਸ਼ੀ ਧਰਤੀ ਤੇ ਜਾ ਕੇ ਆਪਣਾ ਪੰਜਾਬ ਵਸਾਈ ਬੈਠੀਆਂ ਨੇ, ਆਪਣਾ ਭਾਰਤ ਵਸਾਈ ਬੈਠੀਆਂ ਨੇ, ਉਹਨਾਂ ਦਾ ਜੀ ਭਾਰਤ ਵਿੱਚ, ਪੰਜਾਬ ਵਿੱਚ, ਆਪਣੇ ਉਸ ਛੋਟੇ ਜਿਹੇ ਇਲਾਕੇ ਦੇ ਵਿੱਚ ਲੱਗਿਆ ਹੋਇਆ ਹੈ ਜਿੱਥੋਂ ਉਹ ਆਏ ਨੇ ਤੇ ਆ ਕੇ ਇਸ ਵਿਦੇਸ਼ੀ ਧਰਤੀ ਦੇ ਉੱਤੇ ਵਸੇ ਨੇ। ਸੋ ਗੱਲ ਇਹ ਹੈ ਕਿ ਜਦੋਂ ਮੁਸੀਬਤਾਂ ਆਈਆਂ ਤੇ ਉਹਨਾਂ ਦਾ ਸਾਹਮਣਾ ਤੁਹਾਨੂੰ ਕਰਨਾ ਹੀ ਪੈਣਾ ਹੈ। ਕਿਉਂ? ਕਿਉਂਕਿ ਉਹਨਾਂ ਦਾ ਸਾਹਮਣਾ ਕੀਤੇ ਬਿਨਾ ਛੁਟਕਾਰਾ ਨਹੀਂ। ਉਹਦੇ ਵਿੱਚੋਂ ਹੀ ਜ਼ਿੰਦਗੀ ਨਿਕਲਣੀ ਹੈ, ਤੁਹਾਡਾ ਫਿਊਚਰ ਨਿਕਲਣਾ ਹੈ, ਤੁਹਾਡੀ ਫੈਮਿਲੀ ਦਾ ਫਿਊਚਰ ਨਿਕਲਣਾ ਹੈ। ਤਾਂ ਫਿਰ ਜਦੋਂ ਭਾਰਤ ਦੀ ਧਰਤੀ ਤੇ ਤੁਸੀਂ ਆਉਣਾ ਚਾਹੁੰਦੇ ਹੋ, ਕਈ ਤਰ੍ਹਾਂ ਦੇ ਸੁਪਨੇ ਲੈ ਕੇ ਆਉਣਾ ਚਾਹੁੰਦੇ ਹੋ, ਕਈ ਕੰਮ ਕਰਨਾ ਚਾਹੁੰਦੇ ਹੋ, ਤਾਂ ਜਿਹੜੀਆਂ ਮੁਸ਼ਕਿਲਾਂ ਤੁਹਾਨੂੰ ਪੇਸ਼ ਆਉਂਦੀਆਂ ਨੇ ਉਹਨਾਂ ਦਾ ਤੁਹਾਨੂੰ ਹੱਲ ਲੱਭਣਾ ਪਏਗਾ। ਕਈ ਮੁਸ਼ਕਿਲਾਂ ਐਸੀਆਂ ਨੇ ਜਿਹੜੀਆਂ ਲੀਗਲ ਪ੍ਰੋਬਲਮਸ ਨੇ, ਉਹਦੇ ਵਾਸਤੇ ਲੀਗਲ ਮਾਈਂਡਸ ਬੈਠੇ ਹੋਏ ਨੇ, ਫਾਈਨੈਂਸ਼ੀਅਲ ਪ੍ਰੋਬਲਮਸ ਨੇ, ਫਾਈਨੈਂਸ਼ੀਅਲ ਮਾਈਂਡਸ ਐਡਵਾਈਜ਼ਰਸ ਬੈਠੇ ਹੋਏ ਨੇ ਜੋ ਤੁਹਾਨੂੰ ਦੱਸਣਗੇ। ਤਾਂ ਇਹ ਸਾਰੀਆਂ ਮੁਸੀਬਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਕਿਉਂਕਿ ਲਾਜ਼ ਕਿੰਨੇ ਵੀ ਕੰਪਲੈਕਸ ਕਿਉਂ ਨਾ ਹੋਣ, ਤੁਸੀਂ ਉਹਨਾਂ ਦੇ ਵਿੱਚੋਂ ਨਿਕਲਣ ਦਾ ਰਾਹ ਲੱਭ ਲੈਂਦੇ ਹੋ, ਕਿਉਂਕਿ ਤੁਹਾਡੇ ਐਡਵਾਈਜ਼ਰਸ ਤੁਹਾਡੇ ਨਾਲ ਹੁੰਦੇ ਨੇ। ਕਿੰਨੀ ਵੀ ਜ਼ਿਆਦਾ ਕੰਪਲੈਕਸਿਟੀ ਕਿਉਂ ਨਾ ਹੋਵੇ, ਤੁਹਾਨੂੰ ਹਮੇਸ਼ਾ ਰਾਹ ਮਿਲ ਜਾਂਦਾ ਹੈ। ਪਰ ਮੁਸ਼ਕਿਲ ਕਿੱਥੇ ਆਉਂਦੀ ਹੈ? ਮੁਸ਼ਕਿਲ ਉੱਥੇ ਆਉਂਦੀ ਹੈ ਜਿੱਥੋਂ ਵੱਖ-ਵੱਖ ਗਵਰਨਮੈਂਟ ਡਿਪਾਰਟਮੈਂਟਸ ਦੇ ਵਿੱਚ ਜਾ ਕੇ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ ਕਰਪਸ਼ਨ ਦਾ। ਕਰਪਸ਼ਨ ਤੁਹਾਨੂੰ ਤੰਗ ਕਰਦੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਿਸਟਮ ਕਿੱਦਾਂ ਵਰਕ ਕਰ ਰਿਹਾ ਹੈ। ਤੁਹਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਰੀਏ ਕੀ ਤੇ ਕੀ ਨਾ ਕਰੀਏ। ਹਰ ਇਨਸਾਨ ਕਰਪਟ ਨਹੀਂ ਹੁੰਦਾ, ਪਰ ਜੋ ਕਰਪਟ ਹੈ ਉਹਦਾ ਕੀ ਇਲਾਜ ਹੈ, ਇਹ ਤੁਹਾਨੂੰ ਲੱਭਣਾ ਪੈਂਦਾ ਹੈ। ਕਿਉਂਕਿ ਤੁਸੀਂ ਆਪਣਾ ਕੰਮ ਕਰਨਾ ਹੈ, ਤੁਸੀਂ ਆਪਣਾ ਬਿਜ਼ਨਸ ਕਰਨਾ ਹੈ, ਤੁਸੀਂ ਜੋ ਸੁਪਨਾ ਲੈ ਕੇ ਤੁਰੇ ਹੋ ਉਸ ਸੁਪਨੇ ਨੂੰ ਸੱਚ ਕਰਨਾ ਹੈ। ਤੇ ਤੁਹਾਡੇ ਰਾਜ ਕੌਣ ਆ ਰਿਹਾ ਹੈ? ਉਹ ਕਰਪਟ ਬੰਦਾ, ਉਹ ਕਰਪਸ਼ਨ ਤੁਹਾਡੇ ਰਾਹ 'ਚ ਆ ਰਹੀ ਹੈ। ਸੋ ਕਰਪਸ਼ਨ ਦਾ ਹੱਲ ਤੁਹਾਨੂੰ ਖੁਦ ਲੱਭਣਾ ਪੈਂਦਾ ਹੈ। ਤੁਹਾਡੇ ਨਾਲ ਤੁਹਾਡੇ ਯਾਰ ਮਿੱਤਰ ਵੀ ਹੁੰਦੇ ਨੇ, ਤੁਹਾਡੇ ਰਿਲੇਟਿਵਸ ਵੀ ਹੁੰਦੇ ਨੇ ਜੋ ਤੁਹਾਨੂੰ ਪ੍ਰੋਪਰ ਗਾਈਡ ਕਰ ਸਕਦੇ ਨੇ। ਇਸ ਕਰਕੇ ਜਿੱਥੇ ਲਾਜ਼ ਨੇ ਉੱਥੇ ਨਾਲ ਕਰਪਸ਼ਨ ਵੀ ਹੈ, ਜਿੱਥੇ ਤੁਹਾਡੇ ਐਡਵਾਈਜ਼ਰਸ ਨੇ ਉੱਥੇ ਨਾਲ ਕਰਪਟ ਬੰਦੇ ਵੀ ਨੇ। ਤਾਂ ਉਹਨਾਂ ਦਾ ਮੁਕਾਬਲਾ ਤੁਹਾਨੂੰ ਕਰਨਾ ਪਏਗਾ, ਇਹਨਾਂ ਮੁਸੀਬਤਾਂ 'ਚੋਂ ਨਿਕਲਣਾ ਪਏਗਾ। ਤਾਂ ਹੀ ਤੁਸੀਂ ਭਾਰਤ ਦੀ ਧਰਤੀ ਤੇ, ਪੰਜਾਬ ਦੀ ਧਰਤੀ ਤੇ ਆ ਕੇ ਜਿਹੜਾ ਕੰਮ ਕਰਨਾ ਚਾਹੁੰਦੇ ਹੋ, ਜੋ ਸੁਪਨਾ ਲੈ ਕੇ ਤੁਸੀਂ ਉਸ ਧਰਤੀ ਤੋਂ ਕਿਸ ਵੇਲੇ ਨਿਕਲੇ ਸੀ, ਕਿਸੇ ਸਮੇਂ ਨਿਕਲੇ ਸੀ, ਉਹ ਸੁਪਨਾ ਹੁਣ ਸਾਕਾਰ ਕਰਨ ਵਾਸਤੇ ਤੁਸੀਂ ਵਾਪਸ ਆਉਣਾ ਚਾਹੁੰਦੇ ਹੋ। ਆਪਣੇ ਸੁਪਨਿਆਂ ਨੂੰ ਉੱਥੇ ਸਾਕਾਰ ਕਰਨਾ ਚਾਹੁੰਦੇ ਹੋ ਜੋ ਤੁਹਾਡੀ ਆਪਣੀ ਧਰਤੀ ਹੈ, ਜਿੱਥੇ ਤੁਸੀਂ ਪੈਦਾ ਹੋਏ ਹੋ। ਤਾਂ ਉੱਥੇ ਆ ਕੇ ਤੁਹਾਨੂੰ ਜਿੰਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਏਗਾ, ਜਿੰਨਾ ਮੁਸੀਬਤਾਂ ਦੇ ਹੱਲ ਲੱਭਣੇ ਪੈਣਗੇ, ਉਹਦੇ ਵਿੱਚ ਤੁਹਾਡੀ ਆਪਣੀ ਇੰਟੈਲੀਜੈਂਸੀ ਤੁਹਾਡਾ ਸਾਥ ਦੇਗੀ ਕਿ ਤੁਸੀਂ ਕਿੰਨੇ ਕੁ ਇੰਟੈਲੀਜੈਂਟ ਹੋ, ਅੰਦਰੋਂ ਕਿੰਨੇ
ਤਿਆਰ ਹੋ, ਕਿੰਨੀ ਗਰੋਥ ਕੀਤੀ ਹੋਈ ਹੈ ਤੁਸੀਂ ਇਹਨਾਂ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਦੇ ਲਈ। ਨੌਨ ਰੈਜ਼ੀਡੈਂਟ ਇੰਡੀਅਨਸ ਮਾਈਗ੍ਰੇਸ਼ਨ ਕਦੋਂ ਸਟਾਰਟ ਹੋਈ ਸੀ ਦੂਸਰੇ ਦੇਸ਼ਾਂ ਨੂੰ? ਹਾਲਾਂਕਿ ਇਹ ਸਮਰਾਟ ਅਸ਼ੋਕ ਤੋਂ, ਕਿੰਗ ਅਸ਼ੋਕਾ ਤੋਂ ਚੱਲ ਰਿਹਾ ਹੈ ਕਿ ਜਦੋਂ ਮਾਈਗ੍ਰੇਟ ਕਰਕੇ ਇੱਕ ਦੇਸ਼ ਦਾ ਵਾਸੀ ਦੂਸਰੇ ਦੇਸ਼ ਵਿੱਚ ਜਾ ਕੇ ਵਸਦਾ ਹੈ, ਉਹਦੇ ਕਈ ਕਾਰਨ ਹੋ ਸਕਦੇ ਨੇ। ਸਭ ਤੋਂ ਵੱਡਾ ਕਾਰਨ ਹੁੰਦਾ ਹੈ ਰੋਜ਼ੀ ਰੋਟੀ, ਬਿਹਤਰ ਜ਼ਿੰਦਗੀ ਦੀ ਤਲਾਸ਼, ਬਿਹਤਰ ਫਿਊਚਰ ਦੀ ਤਲਾਸ਼, ਆਪਣੀ ਫੈਮਿਲੀ ਵਾਸਤੇ, ਆਪਣੇ ਵਾਸਤੇ, ਜਿੱਥੇ ਜਾ ਕੇ ਉਹਦੇ ਟੈਲੈਂਟ ਦੀ ਕਦਰ ਹੋਵੇ। ਕਿਉਂਕਿ ਜਦੋਂ ਕਿਸੇ ਇਨਸਾਨ ਦਾ ਟੈਲੈਂਟ ਵੇਸਟ ਹੋ ਜਾਂਦਾ ਹੈ, ਇਸ ਤੋਂ ਵੱਡੀ ਹੋਰ ਕੋਈ ਪਨਿਸ਼ਮੈਂਟ ਨਹੀਂ, ਇਸ ਤੋਂ ਵੱਡੀ ਹੋਰ ਕੋਈ ਸਜ਼ਾ ਨਹੀਂ। ਤਾਂ ਇਹ ਮਾਈਗ੍ਰੇਸ਼ਨ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਚੁੱਕੀ ਸੀ, ਜੋ ਵੱਖੋ-ਵੱਖ ਦੇਸ਼ਾਂ ਦੇ ਲੋਕ ਵੱਖੋ-ਵੱਖ ਦੇਸ਼ਾਂ ਜਾ ਕੇ ਵਸਦੇ ਰਹੇ ਨੇ। ਪਰ ਜੋ ਅਸੀਂ ਮਾਡਰਨ ਟਾਈਮ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਰੂਲ ਦੇ ਦੌਰਾਨ ਹੀ ਇੰਡੀਅਨਸ ਨੇ ਮਾਈਗ੍ਰੇਟ ਕਰਨਾ ਕੀਤਾ ਹੈ ਸ਼ੁਰੂ ਵੱਖੋ-ਵੱਖ ਦੇਸ਼ਾਂ ਦੇ ਵਿੱਚ। ਸੋ ਉਦੋਂ ਤੋਂ ਇਹ ਮਾਈਗ੍ਰੇਸ਼ਨ ਸ਼ੁਰੂ ਹੋਈ ਸੀ ਜਦੋਂ ਇੰਡੀਆ ਬ੍ਰਿਟਿਸ਼ ਦੇ ਅੰਡਰ ਸੀ। ਸੋ ਨੌਨ ਰੈਜ਼ੀਡੈਂਟ ਇੰਡੀਅਨਸ NRI ਇਹ ਆਪਣੇ ਆਪ ਵਿੱਚ ਕੋਈ ਐਸਾ ਸ਼ਬਦ ਨਹੀਂ ਹੈ ਜੋ ਇੰਡੀਅਨ ਲਾਅ ਦੇ ਵਿੱਚ ਇਸ ਨੂੰ ਡਿਫਾਈਨ ਕੀਤਾ ਗਿਆ ਹੈ, ਇਹਦੀ ਪਰਿਭਾਸ਼ਾ ਦਿੱਤੀ ਗਈ ਹੈ, ਇਹਦੇ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ। ਜ਼ਿਕਰ ਕਿੱਥੇ ਮਿਲਦਾ ਹੈ? ਇਨਕਮ ਟੈਕਸ ਐਕਟ ਦੇ ਵਿੱਚ, ਫੇਮਾ ਐਕਟ ਦੇ ਵਿੱਚ। ਸੋ ਉਹਦੇ ਵਿੱਚ ਵੀ ਡਾਇਰੈਕਟਲੀ ਜ਼ਿਕਰ ਨਹੀਂ ਮਿਲਦਾ ਕਿ ਕੋਈ NRI ਸ਼ਬਦ ਹੈ। ਉਹਦੇ ਵਿੱਚ ਜੋ ਇੰਡੀਅਨਸ ਨੇ ਉਹ ਕੌਣ ਨੇ, ਜੋ ਰੈਜ਼ੀਡੈਂਟ ਨੇ ਇੰਡੀਆ ਦੇ ਉਹ ਕੌਣ ਨੇ, ਉਹਨਾਂ ਦੀ ਪਰਿਭਾਸ਼ਾ ਕੀ ਹੈ, ਕੌਣ ਲੋਕ ਹੋ ਸਕਦੇ ਨੇ ਰੈਜ਼ੀਡੈਂਟ ਇੰਡੀਆ ਦੇ। ਤੇ ਜਿਹੜੇ ਉਸ ਪਰਿਭਾਸ਼ਾ ਦੇ ਵਿੱਚ ਨਹੀਂ ਆਉਂਦੇ, ਉਸ ਡੈਫੀਨੇਸ਼ਨ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਨਾਨ ਰੈਜ਼ੀਡੈਂਟ ਇੰਡੀਅਨਸ ਕਹਿ ਦਿੱਤਾ ਜਾਂਦਾ ਹੈ। ਸੋ ਦੋਵਾਂ ਦੇ ਵਾਸਤੇ ਲਾਜ਼ ਵੱਖੋ ਵੱਖ ਨੇ, ਬਿਕੋਜ਼ ਜੋ ਇੰਡੀਆ ਵਿੱਚ ਪੈਦਾ ਹੋਇਆ ਹੈ ਤੇ ਇੰਡੀਆ ਵਿੱਚ ਹੀ ਰਹਿ ਰਿਹਾ ਹੈ, ਉਹਦੇ ਵਾਸਤੇ ਨਿਯਮ ਅਲੱਗ ਹੋਣਗੇ। ਪਰ ਜੋ ਇੰਡੀਆ ਵਿੱਚ ਪੈਦਾ ਹੋਇਆ ਤੇ ਇੱਥੋਂ ਜਾ ਕੇ ਕਿਸੇ ਵਿਦੇਸ਼ ਦੀ ਧਰਤੀ ਦੇ ਉੱਤੇ ਵਸ ਗਿਆ, ਉਹਦੇ ਵਾਸਤੇ ਨਿਯਮ ਅਲੱਗ ਹੋਣਗੇ। ਸੋ ਨਾਨ ਰੈਜ਼ੀਡੈਂਟ ਇੰਡੀਅਨ ਇਹ ਕੋਈ ਐਸਾ ਸ਼ਬਦ ਨਹੀਂ ਹੈ ਜਿਹਦੀ ਡਾਇਰੈਕਟ ਕੋਈ ਡੈਫੀਨੇਸ਼ਨ ਮਿਲਦੀ ਹੈ, ਬਲਕਿ ਇਨਕਮ ਟੈਕਸ ਐਕਟ ਦੇ ਵਿੱਚ ਤੇ ਫੇਮਾ ਐਕਟ ਦੇ ਵਿੱਚ ਕੁਝ ਐਸਾ ਕ੍ਰਾਈਟੇਰੀਆ ਹੈ ਜਿਹਦੇ ਵਿੱਚ ਇਹ ਡੈਫੀਨੇਸ਼ਨ ਫੋਲੋ ਕਰਦੀ ਹੈ ਕਿ ਕਿਹਨਾਂ ਨੂੰ ਅਸੀਂ ਰੈਜ਼ੀਡੈਂਟ ਆਫ ਇੰਡੀਆ ਮੰਨਣਾ ਹੈ ਤੇ ਕਿਹਨਾਂ ਨੂੰ ਅਸੀਂ ਨਾਨ ਰੈਜ਼ੀਡੈਂਟ ਇੰਡੀਅਨਸ ਮੰਨਣਾ ਹੈ। ਸੋ ਇਸ ਦੇ ਮੁਤਾਬਿਕ ਸਾਨੂੰ ਇਹ ਡੈਫੀਨੇਸ਼ਨ ਮਿਲਦੀ ਹੈ, ਸਿਰਫ ਉਹ ਕ੍ਰਾਈਟੇਰੀਆ ਮਿਲਦਾ ਹੈ। ਜੋ ਉਸ ਕ੍ਰਾਈਟੇਰੀਆ 'ਚ ਫੋਲੋ ਹੁੰਦੇ ਨੇ, ਜੋ ਉਸ ਕ੍ਰਾਈਟੇਰੀਆ 'ਚ ਡਿੱਗਦੇ ਨੇ ਆ ਕੇ, ਜੋ ਉਸ ਦੇ ਮੁਤਾਬਿਕ ਜਸਟੀਫਾਈ ਹੁੰਦੇ ਨੇ, ਉਹ ਰੈਜ਼ੀਡੈਂਟ ਆਫ ਇੰਡੀਅਨਸ ਨੇ, ਔਰ ਦੂਸਰੇ ਨਾਨ ਰੈਜ਼ੀਡੈਂਟ ਇੰਡੀਅਨਸ ਨੇ। ਉਹਨਾਂ ਵਾਸਤੇ ਇੱਕ ਵੱਖਰਾ ਕ੍ਰਾਈਟੇਰੀਆ ਆ ਜਾਂਦਾ ਹੈ। ਸੋ ਦੋਨਾਂ ਵਾਸਤੇ ਨਿਯਮ ਅਲੱਗ-ਅਲੱਗ ਹੁੰਦੇ ਨੇ, ਵੱਖੋ-ਵੱਖ ਹੁੰਦੇ ਨੇ, ਡਿਫਰੈਂਟ ਹੁੰਦੇ ਨੇ। ਸਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਰੈਜ਼ੀਡੈਂਟ ਆਫ ਇੰਡੀਆ ਹਾਂ ਤਾਂ ਸਾਡੇ ਉੱਤੇ ਕਿਹੜੇ ਨਿਯਮ, ਕਿਹੜੇ ਲਾਜ਼ ਲਾਗੂ ਹੁੰਦੇ ਨੇ, ਤੇ ਅਸੀਂ ਨਾਨ ਰੈਜ਼ੀਡੈਂਟ ਇੰਡੀਅਨਸ ਹਾਂ ਤੇ ਸਾਡੇ ਉੱਤੇ ਕਿਹੜੇ ਨਿਯਮ, ਕਿਹੜੇ ਲਾਜ਼ ਲਾਗੂ ਹੁੰਦੇ ਨੇ, ਤਾਂ ਕਿ ਸਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਜਦੋਂ ਅਸੀਂ ਵਿਦੇਸ਼ੀ ਧਰਤੀ ਤੇ ਰਹਿੰਦੇ ਹੋਏ ਭਾਰਤ ਦੇ ਵਿੱਚ ਆ ਕੇ ਕਿਸੇ ਤਰ੍ਹਾਂ ਦੀ ਕੋਈ ਡੀਲਿੰਗ ਕਰਨਾ ਚਾਹੁੰਦੇ ਹਾਂ, ਕਿਸੇ ਤਰ੍ਹਾਂ ਦਾ ਕੋਈ ਸੰਬੰਧ ਬਣਾਉਣਾ ਚਾਹੁੰਦੇ ਹਾਂ। ਸਾਨੂੰ ਇਹ ਗੱਲ ਬਿਲਕੁਲ ਕ੍ਰਿਸਟਲ ਕਲੀਅਰ ਹੋਣੀ ਚਾਹੀਦੀ ਹੈ ਕਿ ਅਸੀਂ ਲਾਜ਼ ਨੂੰ ਜਾਣਦੇ ਹਾਂ, ਅਸੀਂ ਆਪਣਾ ਸਟੇਟਸ ਜਾਣਦੇ ਹਾਂ, ਅਸੀਂ ਇਨਕਮ ਟੈਕਸ ਐਕਟ ਦੇ ਮੁਤਾਬਿਕ, ਫੇਮਾ ਐਕਟ ਦੇ ਮੁਤਾਬਿਕ ਆਪਣਾ ਸਟੇਟਸ ਜਾਣਦੇ ਹਾਂ ਤੇ ਉਹਦੇ ਮੁਤਾਬਿਕ ਹੀ ਅਸੀਂ ਮੂਵ ਕਰੀਏ ਤਾਂ ਕਿ ਹਰ ਤਰ੍ਹਾਂ ਦੀ ਪ੍ਰੋਬਲਮ ਤੋਂ ਸੇਫ ਰਹੀਏ, ਬਚ ਕੇ ਰਹੀਏ। NRIs ਨੂੰ 3 ਕੈਟਾਗਰੀਜ਼ ਦੇ ਵਿੱਚ ਵੰਡਿਆ ਜਾਂਦਾ ਹੈ ਅਕੋਰਡਿੰਗ ਟੂ ਲਾਅ। ਪਹਿਲੀ ਕੈਟਾਗਰੀ ਉਹ ਹੁੰਦੀ ਹੈ ਜੋ ਵਿਦੇਸ਼ੀ ਧਰਤੀ ਤੇ ਰਹਿ ਕੇ ਕੋਈ ਬਿਜ਼ਨਸ ਕਰ ਰਹੇ ਨੇ, ਕੋਈ ਇੰਪਲੋਇਮੈਂਟ ਕਰ ਰਹੇ ਨੇ ਜਾਂ ਕਿਸੇ ਤਰ੍ਹਾਂ ਦੀ ਕੋਈ ਇਨਕਮ ਜਨਰੇਟ ਕਰ ਰਹੇ ਨੇ, ਤਾਂ ਲਗਾਤਾਰ ਉਸ ਕੰਮ ਦੇ ਵਿੱਚ ਉਹ ਬਣੇ ਹੋਏ ਨੇ, ਬਿਜ਼ੀ ਨੇ, ਲਗਾਤਾਰ ਉੱਥੇ ਰਹਿ ਰਹੇ ਨੇ। ਤਾਂ ਕਿੰਨੇ ਸਮੇਂ ਵਾਸਤੇ ਰਹਿਣਾ ਹੈ ਇਹਦਾ ਕੋਈ ਡੈਫੀਨਿਟ ਪੀਰੀਅਡ ਨਹੀਂ ਹੈ। ਕਦੋਂ ਭਾਰਤ ਆਉਣਾ ਹੈ ਇਹਦਾ ਕੋਈ ਡੈਫੀਨਿਟ ਪੀਰੀਅਡ ਨਹੀਂ ਹੈ। ਉਹ ਕਿਸੇ ਵੀ ਟਾਈਮ ਭਾਰਤ ਆ ਸਕਦੇ ਨੇ, ਕਿੰਨੇ ਵੀ ਲੰਬੇ ਸਮੇਂ ਤੱਕ ਉੱਥੇ ਰਹਿ ਸਕਦੇ ਨੇ। ਜਿਸ ਧਰਤੀ ਦੇ ਉੱਤੇ ਰਹਿ ਰਹੇ ਨੇ ਉਹ ਵਰਕ ਕਰ ਰਹੇ ਨੇ, ਉੱਥੇ ਆਪਣਾ ਕੰਮ ਕਰ ਰਹੇ ਨੇ ਉੱਥੇ, ਤਾਂ ਉਹਨਾਂ ਦਾ ਕੋਈ ਸਮਾਂ ਸੀਮਾ, ਕੋਈ ਲਿਮਿਟ ਟਾਈਮ ਦੀ ਨਿਸ਼ਚਿਤ ਨਹੀਂ ਹੈ। ਤਾਂ ਇਹ ਕੈਟਾਗਰੀ ਉਹ ਹੈ ਜਿਸ ਦਾ ਜਾਣ ਦਾ ਸਮਾਂ, ਆਉਣ ਦਾ ਸਮਾਂ ਨਿਸ਼ਚਿਤ ਨਹੀਂ ਹੈ। ਕਦੋਂ ਭਾਰਤ ਵਿੱਚ ਹੋਣਗੇ, ਕਦੋਂ ਭਾਰਤ ਤੋਂ ਬਾਹਰ ਹੋਣਗੇ, ਕਿੰਨੇ ਸਮੇਂ ਤੱਕ ਭਾਰਤ ਵਿੱਚ ਹੋਣਗੇ, ਕਿੰਨੇ ਸਮੇਂ ਤੱਕ ਭਾਰਤ ਤੋਂ ਬਾਹਰ ਹੋਣਗੇ। ਇਸ ਕਰਕੇ ਟਾਈਮ ਲਿਮਿਟ ਨਿਸ਼ਚਿਤ ਨਾ ਹੋਣ ਕਰਕੇ ਇਹਨਾਂ ਨੂੰ ਨਾਨ ਰੈਜ਼ੀਡੈਂਟ ਇੰਡੀਅਨਸ ਕਿਹਾ ਜਾਂਦਾ ਹੈ ਔਰ ਇਸ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਹੈ ਕਿ ਇਹਨਾਂ ਦਾ ਕੋਈ ਟਾਈਮ ਲਿਮਿਟ ਨਹੀਂ ਹੈ। ਇਸ ਕਰਕੇ ਇਹ ਆਪਣੇ ਬਿਜ਼ਨਸ ਦੇ ਵਿੱਚ, ਆਪਣੀ ਇੰਪਲੋਇਮੈਂਟ ਦੇ ਵਿੱਚ, ਆਪਣੇ ਕੰਮ ਦੇ ਵਿੱਚ ਬਿਜ਼ੀ ਨੇ ਤੇ ਜਦੋਂ ਇਹਨਾਂ ਨੂੰ ਵਕਤ ਮਿਲੇਗਾ
ਛੁੱਟੀ ਮਿਲੇਗੀ ਜਾਂ ਇਹ ਖੁਦ ਛੁੱਟੀ ਲੈਣਾ ਚਾਹਣਗੇ ਜਾਂ ਜਦੋਂ ਭਾਰਤ ਆਉਣਾ ਚਾਹਣਗੇ ਤਾਂ ਇਹ ਆਪਣੀ ਮਰਜ਼ੀ ਦੇ ਨਾਲ ਆਉਣਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਰਮਿਸ਼ਨਸ ਮਿਲਣਗੀਆਂ, ਜੋ ਵੀ ਇਹਨਾਂ ਦਾ ਪਾਸਪੋਰਟ ਹੈ, ਜੋ ਵੀ ਇਹਨਾਂ ਦਾ ਪ੍ਰੋਸੈਸ ਹੈ ਉਹ ਸਾਰਾ ਕੰਪਲੀਟ ਕਰਕੇ ਵੀਜ਼ਾ ਲੱਗੇਗਾ ਤਾਂ ਉਦੋਂ ਇਹ ਆਪਣੇ ਭਾਰਤ ਦੀ ਧਰਤੀ ਤੇ ਆਉਣਗੇ ਜਿੱਥੇ ਵੀ ਇਹ ਜਾਣਾ ਚਾਹੁੰਦੇ ਨੇ, ਕਿਉਂਕਿ ਇਹਨਾਂ ਦਾ ਕੋਈ ਟਾਈਮ ਲਿਮਿਟ ਨਹੀਂ ਹੈ, ਕੋਈ ਟਾਈਮ ਫਰੇਮ ਨਹੀਂ ਹੈ। ਇਸ ਕਰਕੇ ਇਹ ਫਸਟ ਕੈਟਾਗਰੀ ਹੈ ਨਾਨ ਰੈਜ਼ੀਡੈਂਟ ਇੰਡੀਅਨਸ ਦੀ, ਜਿਨ੍ਹਾਂ ਦਾ ਕੋਈ ਟਾਈਮ ਲਿਮਿਟ, ਕੋਈ ਟਾਈਮ ਫਰੇਮ ਨਹੀਂ ਹੈ ਕਿ ਉਹ ਕਦੋਂ ਤੱਕ ਭਾਰਤ ਦੀ ਧਰਤੀ ਤੇ ਰਹਿਣ, ਕਦੋਂ ਤੱਕ ਵਿਦੇਸ਼ੀ ਧਰਤੀ ਤੇ ਰਹਿਣ। ਉਹਨਾਂ ਨੂੰ ਇੱਕ ਪਰਮਿਸ਼ਨ ਲੈਣੀ ਪਏਗੀ ਭਾਰਤ ਆਉਣ ਤੋਂ ਪਹਿਲਾਂ ਕਿ ਕਿੰਨੇ ਦਿਨਾਂ ਵਾਸਤੇ ਉਹਨਾਂ ਨੂੰ ਸਟੇ ਮਿਲਦਾ ਹੈ ਇੱਥੇ। ਉਹ ਸਾਰੀਆਂ ਗਰਾਊਂਡਸ ਉਦੋਂ ਤਿਆਰ ਹੁੰਦੀਆਂ ਨੇ ਜਦੋਂ ਉਹ ਅਪਲਾਈ ਕਰਦੇ ਨੇ ਗਵਰਨਮੈਂਟ ਆਫ ਇੰਡੀਆ ਨੂੰ ਕਿ ਅਸੀਂ ਆਉਣਾ ਚਾਹੁੰਦੇ ਹਾਂ। ਸੋ ਇਹ ਕੈਟਾਗਰੀ ਹੈ ਨੰਬਰ 1 ਕੈਟਾਗਰੀ ਨਾਨ ਰੈਜ਼ੀਡੈਂਟ ਇੰਡੀਅਨਸ ਦੀ। NRIs ਦੀ ਦੂਸਰੀ ਕੈਟਾਗਰੀ ਹੈ ਕਿ ਜਿਨ੍ਹਾਂ ਦਾ ਟਾਈਮ ਲਿਮਿਟ ਬਿਲਕੁਲ ਫਿਕਸਡ ਹੈ। ਉਹ ਟੈਂਪਰੇਰੀ ਤੌਰ ਤੇ ਦੂਸਰੇ ਦੇਸ਼ ਵਿੱਚ ਗਏ ਨੇ ਤੇ ਦੂਸਰੇ ਦੇਸ਼ ਦੀਆਂ ਗਵਰਨਮੈਂਟ ਏਜੰਸੀਜ਼ ਦੇ ਨਾਲ ਕੰਮ ਕਰ ਰਹੇ ਨੇ ਜਾਂ ਕਿਸੇ ਹੋਰ ਏਜੰਸੀ ਦੇ ਨਾਲ ਕੰਮ ਕਰ ਰਹੇ ਨੇ। ਫੋਰ ਐਗਜ਼ਾਮਪਲ ਵਰਲਡ ਬੈਂਕ ਦੇ ਨਾਲ ਕੰਮ ਕਰ ਰਹੇ ਨੇ, ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਨਾਲ ਕੰਮ ਕਰ ਰਹੇ ਨੇ, UNO ਦੇ ਨਾਲ ਕੰਮ ਕਰ ਰਹੇ ਨੇ। ਕੋਈ ਵੀ ਅਸਾਈਨਮੈਂਟ ਹੋ ਸਕਦੀ ਹੈ, ਕਿਸੇ ਹੋਰ ਪ੍ਰਾਈਵੇਟ ਸੈਕਟਰ ਦੇ ਵਿੱਚ ਅਸਾਈਨਮੈਂਟ ਹੋ ਸਕਦੀ ਹੈ ਉਹਨਾਂ ਦੀ। ਤਾਂ ਉਹ ਇੱਕ ਟਾਈਮ ਲਿਮਿਟ ਫਿਕਸ ਹੈ ਕਿ ਕਿੰਨੀ ਦੇਰ ਵਾਸਤੇ ਉਹ ਉੱਥੇ ਰਹਿਣਗੇ, ਕਦੋਂ ਤੱਕ ਉਹ ਉੱਥੇ ਸਟੇ ਕਰਨਗੇ ਤੇ ਕਦੋਂ ਉਹਨਾਂ ਨੇ ਉਹ ਵਾਪਸ ਆ ਜਾਣਾ ਹੈ। ਜੇ ਥੋੜੀ ਬਹੁਤ ਐਕਸਟੈਂਸ਼ਨ ਲੈਂਦੇ ਵੀ ਨੇ ਤਾਂ ਉਹਦਾ ਵੀ ਇੱਕ ਟਾਈਮ ਲਿਮਿਟ ਜੋ ਹੈ ਉਹ ਫਰੇਮ ਕੀਤੀ ਗਈ ਹੈ, ਉਹ ਫਿਕਸ ਕੀਤੀ ਗਈ ਹੈ ਕਿ ਇੰਨੇ ਟਾਈਮ ਤੱਕ ਉਹ ਵਿਦੇਸ਼ੀ ਧਰਤੀ ਤੇ ਰਹਿ ਕੇ ਉਸ ਪ੍ਰੋਜੈਕਟ ਨੂੰ ਕੰਪਲੀਟ ਕਰਨਗੇ। ਸੋ ਦੂਸਰੀ ਕੈਟਾਗਰੀ ਦੇ ਵਿੱਚ ਉਹ ਲੋਕ ਆਉਂਦੇ ਨੇ ਜੋ ਇੱਕ ਫਿਕਸ ਟਾਈਮ ਵਾਸਤੇ ਵਿਦੇਸ਼ੀ ਧਰਤੀ ਤੇ ਰਹਿ ਰਹੇ ਨੇ। ਪਹਿਲਾਂ ਇੱਕ ਫਿਕਸ ਟਾਈਮ ਫਿਕਸ ਕਰਕੇ ਉਹ ਗਏ, ਫਿਰ ਉਸ ਤੋਂ ਬਾਅਦ ਉਹਦੇ ਵਿੱਚ ਐਕਸਟੈਂਸ਼ਨ ਮਿਲੀ, ਤਾਂ ਇਹਦੇ ਵਾਸਤੇ ਇੱਕ ਡਿਫਰੈਂਟ ਰੂਲ ਹੋਏਗਾ ਕਿਉਂਕਿ ਇਹ ਇੱਕ ਡਿਫਰੈਂਟ ਕੈਟਾਗਰੀ ਹੈ, ਡਿਫਰੈਂਟ ਲਾਜ਼ ਹੋਣਗੇ, ਡਿਫਰੈਂਟ ਨਿਯਮ ਹੋਣਗੇ। ਸੋ ਇਹਨਾਂ ਨਿਯਮਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਜੋ ਇਸ ਸੈਕੰਡ ਕੈਟਾਗਰੀ ਦੇ ਵਿੱਚ ਫਾਲ ਕਰਦੇ ਨੇ ਨਾਨ ਰੈਜ਼ੀਡੈਂਟ ਇੰਡੀਅਨਸ, ਉਹਨਾਂ ਉੱਤੇ ਕਿਹੜੇ ਲਾਅ ਲਾਗੂ ਹੁੰਦੇ ਨੇ, ਉਹਨਾਂ ਉੱਤੇ ਕਿਹੜੇ ਨਿਯਮ ਲਾਗੂ ਹੁੰਦੇ ਨੇ, ਕਿਉਂਕਿ ਇਹਨਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਟਾਈਮ ਟੂ ਟਾਈਮ ਐਮਬੈਸੀ ਨੂੰ, ਗਵਰਨਮੈਂਟ ਨੂੰ ਇਹ ਚੀਜ਼ ਤੁਸੀਂ ਜ਼ਰੂਰ ਇੰਡੀਕੇਟ ਕਰਨੀ ਹੈ, ਜ਼ਰੂਰ ਇਨਫੋਰਮ ਕਰਦੇ ਰਹਿਣਾ ਹੈ ਕਿ ਮੈਂ ਇੰਨੀ ਦੇਰ ਵਾਸਤੇ ਆਇਆ ਹੋਇਆ ਹਾਂ, ਇੰਨੀ ਦੇਰ ਦਾ ਮੇਰਾ ਸਟੇ ਹੈ ਔਰ ਮੈਂ ਇੰਨੀ ਦੇਰ ਸਟੇ ਕਰ ਚੁੱਕਾ ਹਾਂ ਤੇ ਮੇਰਾ ਇਹ ਖਤਮ ਹੋਣ ਵਾਲਾ ਹੈ ਕੰਮ, ਜਾਂ ਇਹਦੇ ਵਿੱਚ ਹੋਰ ਐਕਸਟੈਂਸ਼ਨ ਹੋ ਰਹੀ ਹੈ, ਹੋਰ ਟਾਈਮ ਜ਼ਿਆਦਾ ਲੱਗਣਾ ਹੈ, ਇਸ ਕਰਕੇ ਮੈਨੂੰ ਪਰਮਿਸ਼ਨ ਦਿੱਤੀ ਜਾਵੇ ਹੋਰ ਜ਼ਿਆਦਾ ਸਟੇ ਕਰਨ ਦੀ। ਤਾਂ ਦੋਨੋਂ ਦੇਸ਼ਾਂ ਦੀਆਂ ਗਵਰਨਮੈਂਟਸ ਨੂੰ ਇਨਫੋਰਮ ਕਰਨਾ ਪਏਗਾ, ਐਮਬੈਸੀ ਦੇ ਥਰੂ ਇਨਫੋਰਮ ਕਰਨਾ ਪਏਗਾ। ਹੋਰ ਵੀ ਜਿਹੜੇ ਡਿਪਾਰਟਮੈਂਟਸ ਨੇ, ਇੰਸਟੀਟਿਊਟਸ ਨੇ, ਜੋ ਗਵਰਨਮੈਂਟ ਕਹਿੰਦੀ ਹੈ ਜਿਨ੍ਹਾਂ ਦੇ ਥਰੂ ਇਨਫੋਰਮ ਕਰੋ, ਉਹ ਇਨਫੋਰਮ ਕਰਨਾ ਪਏਗਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪਲਿਕੇਸ਼ਨ ਹੋਵੇ ਉਸ ਤੋਂ ਬਚਿਆ ਜਾ ਸਕੇ। ਸੋ ਵੈਰੀ ਨੈਸੈਸਰੀ ਫॉर them ਕਿ ਜੋ ਇੱਕ ਸੈਕੰਡ ਕੈਟਾਗਰੀ ਦੇ ਵਿੱਚ ਫਾਲ ਕਰਦੇ ਨੇ NRIs, ਉਹਨਾਂ ਨੂੰ ਖਾਸ ਤੌਰ ਤੇ ਅਲਰਟ ਰਹਿਣਾ ਚਾਹੀਦਾ ਹੈ। ਆਪਣੇ ਕੰਮ ਦੇ ਨਾਲ ਨਾਲ ਆਪਣਾ ਜੋ ਲੀਗਲ ਸਟੇਟਸ ਹੈ ਉਹ ਵੀ ਬਿਲਕੁਲ ਉਹਨਾਂ ਨੂੰ ਕਲੀਅਰ ਹੋਣਾ ਚਾਹੀਦਾ ਹੈ। ਤੀਸਰੀ ਕੈਟਾਗਰੀ NRIs ਦੀ ਉਹ ਲੋਕ ਜੋ ਗਵਰਨਮੈਂਟ ਅਫੀਸ਼ੀਅਲਸ ਨੇ, ਪਬਲਿਕ ਸੈਕਟਰ ਦੇ ਵਿੱਚ ਕੰਮ ਕਰਦੇ ਨੇ, ਸਟੇਟ ਗਵਰਨਮੈਂਟ ਦੇ ਅਫੀਸ਼ੀਅਲਸ ਨੇ ਜਾਂ ਸੈਂਟਰਲ ਗਵਰਨਮੈਂਟ ਦੇ ਅਫੀਸ਼ੀਅਲਸ ਨੇ ਜਾਂ ਇੰਡੀਅਨ ਗਵਰਨਮੈਂਟ ਵੱਲੋਂ ਡਿਪਲੋਮੈਟਸ ਨੇ ਜਾਂ ਕਿਸੇ ਖਾਸ ਅਸਾਈਨਮੈਂਟ ਵਾਸਤੇ ਭੇਜੇ ਗਏ ਨੇ ਗਵਰਨਮੈਂਟ ਵੱਲੋਂ। ਸੋ ਇਹ ਕੈਟਾਗਰੀ ਹੈ। ਇਹਨਾਂ ਦਾ ਵੀ ਇੱਕ ਟਾਈਮ ਫਰੇਮ ਫਿਕਸ ਹੁੰਦਾ ਹੈ ਕਿ ਆਪਣੇ ਇਸ ਪ੍ਰੋਜੈਕਟ ਵਾਸਤੇ ਗਏ ਨੇ, ਕਿਸੇ ਮੀਟਿੰਗ ਵਾਸਤੇ ਗਏ ਨੇ, ਕਿਸੇ ਖਾਸ ਗੱਲਬਾਤ ਵਾਸਤੇ ਗਏ ਨੇ, ਕਿਉਂ ਗਏ ਨੇ। ਗਵਰਨਮੈਂਟ ਵੱਲੋਂ ਇੱਕ ਚੀਜ਼ਾਂ ਬਿਲਕੁਲ ਕਲੀਅਰ ਕੀਤੀਆਂ ਜਾਂਦੀਆਂ ਨੇ, ਗਵਰਨਮੈਂਟ ਟੂ ਗਵਰਨਮੈਂਟ ਕਲੀਅਰ ਕੀਤੀਆਂ ਜਾਂਦੀਆਂ ਨੇ ਕਿ ਇੱਕ ਸਪੈਸ਼ਲ ਟਾਸਕ ਵਾਸਤੇ, ਇੱਕ ਸਪੈਸ਼ਲ ਕੰਮ ਵਾਸਤੇ ਇਹ ਆਏ ਨੇ, ਸਪੈਸ਼ਲ ਪ੍ਰੋਜੈਕਟ ਵਾਸਤੇ ਆਏ ਨੇ, ਸਪੈਸ਼ਲ ਅਸਾਈਨਮੈਂਟ ਵਾਸਤੇ ਆਏ ਨੇ। ਉਸ ਦਾ ਟਾਈਮ ਫਰੇਮ ਇਹ ਹੈ, ਇੰਨੀ ਦੇਰ ਵਾਸਤੇ ਸਟੇ ਕਰਨਗੇ, ਇਸ ਦਿਨ ਨੂੰ ਆਣਗੇ, ਇੱਥੇ ਸਟੇ ਕਰਨਗੇ, ਇਹ ਇਹਨਾਂ ਦਾ ਕੰਮ ਹੈ, ਇਹ ਇਹਨਾਂ ਦਾ ਪ੍ਰੋਜੈਕਟ ਹੈ, ਇਹਨਾਂ ਦੇ ਨਾਲ ਇਹਨਾਂ ਨੇ ਇਹ ਕੰਮ ਕਰਨਾ ਹੈ। ਪੂਰੀ ਪਰਮਿਸ਼ਨ ਕੀ ਹੈ, ਪੂਰਾ ਉਹਨਾਂ ਦਾ ਜੋ ਵਰਕਿੰਗ ਦਾ ਪਰਮਿਟ ਹੈ ਜਾਂ ਜੋ ਵਰਕਿੰਗ ਦੀ ਪਰਮਿਸ਼ਨ ਹੈ, ਉਹ ਸਾਰੀ ਚੀਜ਼ ਕਲੀਅਰ ਹੋਏਗੀ। ਤਾਂ ਗਵਰਨਮੈਂਟ ਟੂ ਗਵਰਨਮੈਂਟ ਹਰ ਚੀਜ਼ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ। ਤਾਂ ਜਿਹੜੇ ਅਫੀਸ਼ੀਅਲਸ ਇਸ ਕੈਟਾਗਰੀ ਦੇ ਵਿੱਚ ਫਾਲ ਕਰਦੇ ਨੇ, ਜੋ ਇੱਕ ਸਪੈਸ਼ਲ ਮਿਸ਼ਨ ਤੇ ਨੇ ਕਿਸੇ ਐਬਰੋਡ ਦੀ ਧਰਤੀ ਦੇ ਉੱਤੇ, ਕਿਸੇ ਵਿਦੇਸ਼ ਦੀ ਧਰਤੀ ਦੇ ਉੱਤੇ, ਉਹਨਾਂ ਦਾ ਇੱਕ ਸਪੈਸ਼ਲ ਟਾਸਕ ਹੈ, ਸਪੈਸ਼ਲਾਈਜ਼ਡ ਟਾਸਕ ਹੈ, ਸਪੈਸ਼ਲਾਈਜ਼ਡ ਕੰਮ ਵਾਸਤੇ ਆਏ ਨੇ, ਉਹਨਾਂ ਨੂੰ ਇਹ ਚੀਜ਼ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਆਪ ਵੀ, ਤੇ ਉਹ ਸਾਰੇ ਡਿਪਾਰਟਮੈਂਟਸ ਨੂੰ ਵੀ ਕਲੀਅਰ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਨਾਲ ਇਹਨਾਂ ਦਾ ਡਾਇਰੈਕਟ ਰਿਲੇਸ਼ਨ ਰਹੇਗਾ, ਜਿਨ੍ਹਾਂ ਤੱਕ ਇਹ ਇਨਫੋਰਮੇਸ਼ਨ ਡਾਇਰੈਕਟਲੀ ਪਹੁੰਚਣੀ ਚਾਹੀਦੀ ਹੈ। ਤਾਂ ਪੂਰੀ ਤਰ੍ਹਾਂ ਨਾਲ ਟਰੈਕ ਕਰਕੇ ਹਰ ਚੀਜ਼ ਨੂੰ ਤੁਸੀਂ ਇਸ ਨਿਯਮ ਨੂੰ ਫੋਲੋ ਕਰੋ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਾ ਆਵੇ। ਸੋ ਇਹ 3 ਕੈਟਾਗਰੀਜ਼ ਬਣਦੀਆਂ ਨੇ NRIs ਦੀਆਂ। ਫਸਟ, ਜਿਨ੍ਹਾਂ ਦਾ ਟਾਈਮ ਲਿਮਿਟ ਫਿਕਸ ਨਹੀਂ ਹੈ, ਕਦੋਂ ਤੱਕ ਰਹਿਣਾ ਹੈ ਭਾਰਤ ਦੇ ਵਿੱਚ, ਕਦੋਂ ਤੱਕ ਰਹਿਣਾ ਹੈ ਵਿਦੇਸ਼ੀ ਧਰਤੀ ਦੇ ਉੱਤੇ, ਕਿਉਂਕਿ ਉਹ ਲਗਾਤਾਰ ਆਪਣਾ ਕੰਮ ਕਰ ਰਹੇ ਨੇ, ਆਪਣਾ ਬਿਜ਼ਨਸ ਕਰ ਰਹੇ ਨੇ, ਆਪਣਾ ਵਰਕ ਕਰ ਰਹੇ ਨੇ। ਸੈਕੰਡ ਤੇ ਥਰਡ ਕੈਟਾਗਰੀ ਉਹਨਾਂ ਦੀ ਆਉਂਦੀ ਹੈ ਜਿਨ੍ਹਾਂ ਦਾ ਟਾਈਮ ਲਿਮਿਟ
ਫਿਕਸ ਹੈ ਕਿ ਕਿਸੇ ਪ੍ਰੋਜੈਕਟ ਦੇ ਲਈ ਗਏ ਨੇ ਤਾਂ ਕਿੰਨੀ ਦੇਰ ਦਾ ਉਹ ਪ੍ਰੋਜੈਕਟ ਹੈ ਤਾਂ ਕਦੋਂ ਉਹਨਾਂ ਨੂੰ ਐਕਸਟੈਂਸ਼ਨ ਹੋ ਸਕਦੀ ਹੈ, ਉਸ ਦੀ ਵੀ ਸਪੈਸ਼ਲ ਪਰਮਿਸ਼ਨ ਮਿਲਦੀ ਹੈ। ਤਾਂ ਇਹਨਾਂ ਤਿੰਨੋਂ ਕੈਟੇਗਰੀਜ਼ ਦੇ ਜੋ ਰੂਲਸ ਨੇ ਉਹ ਡਿਫਰੈਂਟ ਨੇ ਡਿਫਰੈਂਟ ਕੈਟੇਗਰੀਜ਼ ਵਾਸਤੇ। ਸੋ ਇਹਨਾਂ ਦਾ ਪੂਰਾ ਗਿਆਨ, ਪੂਰੀ ਨੌਲੇਜ ਇਹਨਾਂ ਨੂੰ ਹੋਣੀ ਚਾਹੀਦੀ ਹੈ। ਜੋ ਆਫੀਸ਼ੀਅਲਸ, ਜੋ ਲੋਕ, ਜੋ ਪਰਸਨ ਇਸ ਕੈਟੇਗਰੀ ਦੇ ਵਿੱਚ ਫਾਲ ਕਰਦੇ ਨੇ ਤੇ ਆਪਣਾ ਕੰਮ ਕਰ ਰਹੇ ਨੇ, ਸੋ ਇਹਦੇ ਲਈ ਤੁਹਾਨੂੰ ਪੂਰੀ ਤਰ੍ਹਾਂ ਨਾਲ ਅਲਰਟ ਹੋਣਾ ਚਾਹੀਦਾ ਹੈ। ਇੱਕ ਸਮੱਸਿਆ ਇਹ ਹੁੰਦੀ ਹੈ ਕਿ ਜਦੋਂ ਕੋਈ NRI ਆਪਣਾ ਕੋਈ ਬਿਜ਼ਨਸ ਐਸਟੈਬਲਿਸ਼ ਕਰਨਾ ਚਾਹੁੰਦਾ ਹੈ ਭਾਰਤ ਦੇ ਵਿੱਚ ਤਾਂ ਗਵਰਨਮੈਂਟ ਵੱਲੋਂ ਪਰਮਿਸ਼ਨ ਨਹੀਂ ਮਿਲਦੀ। ਤਾਂ ਉਹਨਾਂ ਨਾਲ ਕੀ ਹੁੰਦਾ ਹੈ ਕਿ ਇੱਥੋਂ ਦੇ ਲੋਕ ਉਸ NRI ਵੀਰ ਦੀ ਜੋ ਕਾਬਲੀਅਤ ਹੈ, ਜੋ ਉਹਦਾ ਟੈਲੈਂਟ ਹੈ, ਉਸ ਦਾ ਇਸਤੇਮਾਲ ਨਹੀਂ ਕਰ ਪਾਉਂਦੇ, ਉਹਨਾਂ ਨੂੰ ਕੋਈ ਫਾਇਦਾ ਨਹੀਂ ਮਿਲ ਪਾਉਂਦਾ। ਸੋ ਕਈ ਤਰ੍ਹਾਂ ਦੀਆਂ ਇਹ ਪੂਅਰ ਸਕੀਮਸ ਵੀ ਹੁੰਦੀਆਂ ਨੇ ਜਿਸ ਕਰਕੇ ਤੁਸੀਂ ਆਪਣੇ ਭਾਰਤ ਦੀ ਧਰਤੀ ਦੇ ਉੱਤੇ ਇਨਵੈਸਟ ਨਹੀਂ ਕਰ ਸਕਦੇ, ਆਪਣਾ ਕੋਈ ਬਿਜ਼ਨਸ ਨਹੀਂ ਕਰ ਸਕਦੇ। ਲਾਜ਼ ਫਲੈਕਸੀਬਲ ਵੀ ਨੇ ਪਰ ਲਾਜ਼ ਸਟ੍ਰਿਕਟ ਵੀ ਨੇ, ਲੋਕ ਚੰਗੇ ਵੀ ਨੇ, ਇਮਾਨਦਾਰ ਵੀ ਨੇ, ਪਰ ਲੋਕ ਕਰਪਟ ਵੀ ਨੇ। ਸੋ ਤੁਸੀਂ ਕਿੱਥੇ ਜਾ ਕੇ ਆਪਣਾ ਕੰਮ ਕਰ ਰਹੇ ਹੋ ਡਿਪੈਂਡ ਕਰਦਾ ਹੈ ਸਿਚੁਏਸ਼ਨ ਦੇ ਉੱਤੇ ਕਿ ਉਸ ਵਕਤ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਮਿਲੇ ਨੇ ਜਿਨ੍ਹਾਂ ਨਾਲ ਤੁਸੀਂ ਡੀਲ ਕਰਨ ਜਾ ਰਹੇ ਹੋ, ਜਾਂ ਉਸ ਵਕਤ ਕਿਹੜਾ ਲਾਅ ਤੁਹਾਨੂੰ ਪਰਮਿਸ਼ਨ ਦਿੰਦਾ ਹੈ, ਕਿਹੜਾ ਲਾਅ ਤੁਹਾਨੂੰ ਪਰਮਿਸ਼ਨ ਨਹੀਂ ਦਿੰਦਾ। ਇਹ ਸਾਰੀਆਂ ਚੀਜ਼ਾਂ ਉਸ ਵੇਲੇ ਕੈਲਕੂਲੇਟ ਹੋਣਗੀਆਂ। ਸੋ ਆਪਣਾ ਪੈਸਾ ਜਦੋਂ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਭਾਰਤ ਦੀ ਧਰਤੀ ਦੇ ਉੱਤੇ ਤਾਂ ਉਹਦੇ ਵਿੱਚ ਕਈ ਦਿੱਕਤਾਂ ਵੀ ਆਉਂਦੀਆਂ ਨੇ। ਹਾਲਾਂਕਿ ਅਸੀਂ ਚਾਹੁੰਦੇ ਹਾਂ ਕਿ ਇਨਵੈਸਟਮੈਂਟਸ ਹੋਣ ਔਰ ਸਾਡੀ ਇਕਨੋਮੀ ਖੂਬ ਤਰੱਕੀ ਕਰੇ, ਖੂਬ ਇੰਪਲੋਇਮੈਂਟ ਜਨਰੇਟ ਹੋਵੇ, ਖੂਬ ਬਿਜ਼ਨਸ ਵਧੇ, ਇੰਡਸਟਰੀ ਖੂਬ ਤਰੱਕੀ ਕਰੇ। ਫਿਰ ਵੀ ਕਿਤੇ ਨਾ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਅਲਰਟ ਰਹਿਣਾ ਹੈ। ਤੁਸੀਂ ਕਿਸ ਤਰ੍ਹਾਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ? ਜੋ ਤੁਸੀਂ ਇਨਵੈਸਟਮੈਂਟ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਭਾਰਤ ਦੀ ਧਰਤੀ ਦੇ ਉੱਤੇ, ਪੰਜਾਬ ਦੀ ਧਰਤੀ ਦੇ ਉੱਤੇ, ਜਾਂ ਜਿੱਥੇ ਵੀ ਤੁਸੀਂ ਆਪਣਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ, ਤੁਹਾਨੂੰ ਉਹਨਾਂ ਨਿਯਮਾਂ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਜੋ ਬਿਜ਼ਨਸ ਤੁਸੀਂ ਐਸਟੈਬਲਿਸ਼ ਕਰਨਾ ਚਾਹੁੰਦੇ ਹੋ, ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਉਹਦੇ ਵਿੱਚ ਕੋਈ ਦਿੱਕਤ ਤੁਹਾਡੇ ਸਾਹਮਣੇ ਨਾ ਆਵੇ। ਤੇ ਜੇ ਕੋਈ ਦਿੱਕਤ ਆ ਵੀ ਜਾਵੇ ਤਾਂ ਉਹਦਾ ਹੱਲ ਕੀ ਹੈ। ਤਾਂ ਸੈਕਿੰਡ, ਜੋ ਕਰਪਸ਼ਨ ਹੈ ਉਸ ਦੇ ਨਾਲ ਡੀਲ ਕਿਵੇਂ ਕਰਨਾ ਹੈ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ, ਤੁਸੀਂ ਆਪਣਾ ਕੰਮ ਬਿਲਕੁਲ ਸਹੀ ਤਰੀਕੇ ਨਾਲ ਉੱਥੇ ਕਰ ਸਕੋ ਜਿੱਥੇ ਤੁਸੀਂ ਕਰਨਾ ਚਾਹੁੰਦੇ ਹੋ ਭਾਰਤ ਦੇ ਵਿੱਚ, ਤੇ ਲੋਕੀ ਵੀ ਤੁਹਾਡੇ ਟੈਲੈਂਟ ਦਾ ਫਾਇਦਾ ਉਠਾਉਣ ਤੇ ਤੁਸੀਂ ਵੀ ਆਪਣਾ ਉਹ ਸੁਪਨਾ ਸਾਕਾਰ ਕਰੋ ਜੋ ਤੁਸੀਂ ਆਪਣੇ ਦਿਲ ਵਿੱਚ ਵਸਾ ਰੱਖਿਆ ਹੈ ਆਪਣੀ ਉਸ ਧਰਤੀ ਦੇ ਵਾਸਤੇ ਜਿੱਥੇ ਤੁਸੀਂ ਜਨਮ ਲਿਆ ਹੈ। ਸੋ ਪੂਅਰ ਸਕੀਮਸ ਹੁੰਦੀਆਂ ਨੇ ਪਰ ਪੂਅਰ ਸਕੀਮਸ ਦੇ ਵਿੱਚੋਂ ਨਿਕਲਣ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਹਰ ਮੁਸੀਬਤ ਦਾ, ਹਰ ਮੁਸ਼ਕਿਲ ਦਾ ਹੱਲ ਜ਼ਰੂਰ ਹੁੰਦਾ ਹੈ। ਤਾਂ ਹੱਲ ਤੁਹਾਨੂੰ ਆਪ ਨੂੰ ਕੱਢਣਾ ਪੈਣਾ ਹੈ ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ। ਜੋ NRIs ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਦੇ ਵਿੱਚੋਂ ਇੱਕ ਹੈ ਮੈਰਿਜ ਪ੍ਰੋਬਲਮ। ਜੋ ਤੁਸੀਂ ਭਾਰਤ ਦੀ ਧਰਤੀ ਦੇ ਉੱਤੇ ਆ ਕੇ ਮੈਰਿਜ ਕਰਦੇ ਹੋ ਤਾਂ ਤੁਹਾਡੇ ਵਾਸਤੇ ਵੀ ਕਿਤੇ ਨਾ ਕਿਤੇ ਕੋਈ ਸਮੱਸਿਆ ਹੋ ਸਕਦੀ ਹੈ। ਤਾਂ ਕਈ ਲੋਕ ਐਸੇ ਹੁੰਦੇ ਨੇ ਜੋ ਇੱਥੋਂ ਕੁੜੀ ਜਾਂ ਮੁੰਡਾ ਵਿਆਹ ਕੇ ਲੈ ਕੇ ਜਾਂਦੇ ਨੇ ਤਾਂ ਉੱਥੇ ਜਾ ਕੇ ਕੋਈ ਨਾ ਕੋਈ ਸਮੱਸਿਆ ਉਹਨਾਂ ਵਾਸਤੇ ਪੈਦਾ ਹੋ ਜਾਂਦੀ ਹੈ, ਖਾਸ ਕਰਕੇ ਕੁੜੀਆਂ ਵਾਸਤੇ। ਸੋ ਫੋਰਨ ਲੈਂਡ ਦੇ ਜਿਹੜੇ ਲਾਜ਼ ਨੇ ਉਹ ਬਿਲਕੁਲ ਡਿਫਰੈਂਟ ਨੇ ਇੰਡੀਅਨ ਲਾਜ਼ ਦੇ ਨਾਲੋਂ, ਤਕਰੀਬਨ ਕੀ ਬਹੁਤ ਹੀ ਜ਼ਿਆਦਾ ਡਿਫਰੈਂਟ ਨੇ। ਤੇ ਕਈ ਇੰਟਰਨੈਸ਼ਨਲ ਪ੍ਰਾਈਵੇਟ ਲਾਜ਼ ਵੀ ਨੇ ਜੋ ਬਿਲਕੁਲ ਡਿਫਰੈਂਟ ਨੇ, ਜਿਨ੍ਹਾਂ ਬਾਰੇ ਭਾਰਤ ਵਾਸੀਆਂ ਨੂੰ ਨਹੀਂ ਪਤਾ, ਭਾਰਤ ਦੇ ਮਾਂ-ਬਾਪ ਨੂੰ ਨਹੀਂ ਪਤਾ ਕਿ ਉਹਨਾਂ ਦੀ ਬੇਟੀ ਵਾਸਤੇ ਕੀ ਸਹੀ ਹੈ ਤੇ ਕੀ ਸਹੀ ਨਹੀਂ ਹੈ। ਇਸ ਕਰਕੇ ਕਈ ਵਾਰ ਇਮੋਸ਼ਨਲ ਹੋ ਕੇ, ਕਈ ਵਾਰ ਰਿਸ਼ਤੇਦਾਰੀ 'ਚ ਕਿਸੇ ਵੀ ਤਰੀਕੇ ਨਾਲ, ਕਈ ਵਾਰ ਕਿਸੇ ਮਿੱਤਰ ਦੇ ਜ਼ਰੀਏ ਕੋਈ ਰਿਸ਼ਤਾ ਆਉਂਦਾ ਹੈ ਤਾਂ ਉਸ ਨੂੰ ਐਗਰੀ ਕਰਦੇ ਨੇ, ਉਹ ਕੁੜੀ ਨੂੰ ਵਿਆਹ ਦਿੰਦੇ ਨੇ। ਪਰ ਜੋ ਇੰਟਰਨੈਸ਼ਨਲ ਪ੍ਰਾਈਵੇਟ ਲਾਜ਼ ਨੇ, ਜੋ ਉਸ ਦੇਸ਼ ਦੇ ਲਾਜ਼ ਨੇ ਜਿੱਥੇ ਉਹ ਕੁੜੀ ਜਾ ਰਹੀ ਹੈ, ਉਹ ਬਿਲਕੁਲ ਵੱਖਰੇ ਨੇ ਭਾਰਤ ਦੇ ਜੋ ਮੈਰਿਜ ਲਾਜ਼ ਨੇ ਉਹਨਾਂ ਤੋਂ, ਕਿਉਂਕਿ ਭਾਰਤ ਦਾ ਕੋਈ ਵੀ ਮੈਰਿਜ ਲਾਅ ਉੱਥੇ ਐਪਲੀਕੇਬਲ ਨਹੀਂ ਹੈ, ਜਿਵੇਂ ਉੱਥੋਂ ਦਾ ਕੋਈ ਲਾਅ ਭਾਰਤ ਦੀ ਧਰਤੀ ਤੇ ਐਪਲੀਕੇਬਲ ਨਹੀਂ ਹੈ। ਸੋ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਦੇ ਵਿੱਚ ਸਭ ਤੋਂ ਵੱਡਾ ਹੈ ਐਕਸ ਪਾਰਟੀ ਡਿਵੋਰਸ। ਐਕਸ ਪਾਰਟੀ ਡਿਵੋਰਸ ਦਾ ਜੋ ਮੁਕਾਬਲਾ ਕਰਨਾ ਪੈਂਦਾ ਹੈ ਇੱਥੋਂ ਦੀ ਲੜਕੀ ਨੂੰ ਵਿਦੇਸ਼ੀ ਧਰਤੀ ਤੇ ਜਾ ਕੇ, ਤਾਂ ਉਸ ਵਕਤ ਕੋਈ ਸਹਾਰਾ ਵੀ ਨਹੀਂ, ਕੋਈ ਸਾਥੀ ਵੀ ਨਹੀਂ, ਜਾਂ ਫਿਰ ਕੋਈ ਸਹਾਰਾ ਮਿਲ ਵੀ ਜਾਵੇ ਜੇ ਕੋਈ ਉੱਥੇ ਰਿਸ਼ਤੇਦਾਰ ਨੇ ਤਾਂ ਉਹ ਕਿੰਨਾ ਕੁ ਸਾਥ ਦਿੰਦੇ ਨੇ ਇਹ ਵੀ ਡਿਪੈਂਡ ਕਰਦਾ ਹੈ। ਤਾਂ ਕੁੜੀ ਨੂੰ ਖਾਸ ਕਰਕੇ ਇਹ ਚੀਜ਼ ਜੋ ਹੈ ਐਕਸ ਪਾਰਟੀ ਡਿਵੋਰਸ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਜੋ ਫੋਰਨ ਦੀ ਧਰਤੀ ਦੇ ਲਾਜ਼ ਨੇ ਭਾਰਤ ਦੇ ਮੁਕਾਬਲੇ 'ਚ ਬੜੇ ਸੌਫਟ ਨੇ, ਇਸ ਕਰਕੇ ਇਹ ਦਿੱਕਤਾਂ ਪੇਸ਼ ਆਉਂਦੀਆਂ ਨੇ ਕਿਉਂਕਿ ਲਾਅ ਡਿਫਰੈਂਟ ਹੋਣ ਕਰਕੇ ਉਹਦੀ ਸਮਝ ਨਹੀਂ ਹੁੰਦੀ। ਸੌਫਟ ਲਾਅ ਡਿਫਰੈਂਟ ਹੋਣ ਕਰਕੇ
ਉਹਦੀ ਸਮਝ ਨਹੀਂ ਹੁੰਦੀ, ਕਿਉਂਕਿ ਭਾਰਤ ਦੀ ਧਰਤੀ ਦੇ ਉੱਤੇ ਮੈਰਿਜ ਕਿਸੇ ਹੋਰ ਪਰਪਸ ਨਾਲ ਕੀਤੀ ਜਾਂਦੀ ਹੈ, ਕੋਈ ਹੋਰ ਵਿਚਾਰਧਾਰਾ ਹੁੰਦੀ ਹੈ, 7 ਜਨਮਾਂ ਦਾ ਸਾਥ, ਇੱਦਾਂ ਦੀਆਂ ਕਾਫੀ ਵਿਚਾਰਧਾਰਾਵਾਂ ਚੱਲਦੀਆਂ ਨੇ। ਪਰ ਫੋਰਨ ਲੈਂਡ ਦੇ ਉੱਤੇ, ਵਿਦੇਸ਼ੀ ਧਰਤੀ ਦੇ ਉੱਤੇ ਕਲਚਰ ਡਿਫਰੈਂਟ ਆ, ਸੱਭਿਆਚਾਰ ਡਿਫਰੈਂਟ ਹੈ, ਸੋਚ ਡਿਫਰੈਂਟ ਹੈ, ਸਮਾਜ ਡਿਫਰੈਂਟ ਹੈ, ਸਮਾਜ ਦੇ ਨਿਯਮ ਡਿਫਰੈਂਟ ਨੇ, ਵਿਚਾਰਧਾਰਾ ਡਿਫਰੈਂਟ ਹੈ। ਇਸ ਕਰਕੇ ਲਾਅ ਵੀ ਡਿਫਰੈਂਟ ਹੈ, ਤਾਂ ਇਸ ਕਰਕੇ ਮੁਸ਼ਕਿਲ ਪੇਸ਼ ਆਉਂਦੀ ਹੈ। ਤਾਂ ਮੁਸ਼ਕਿਲ ਪੇਸ਼ ਆਉਂਦੀ ਹੈ ਘਰ ਦੇ ਵਿੱਚ ਜੋ ਡੋਮੈਸਟਿਕ ਵਾਇਲੈਂਸ ਹੁੰਦੀ ਹੈ, ਕੁੱਟਣਾ ਮਾਰਨਾ ਵਾਈਫ ਨੂੰ, ਤਾਂ ਉਹਦੇ ਵਕਤ ਕੋਈ ਵੀ ਸਾਥੀ ਨਹੀਂ ਹੈ, ਉਹਦੇ ਵਕਤ ਕੋਈ ਵੀ ਉਹਦੇ ਨਾਲ ਨਹੀਂ ਖੜਾ, ਤਾਂ ਉਹ ਕੀ ਕਰੇ? ਉਹ ਕੁੱਟਾਂ ਮਾਰਾਂ ਵੀ ਸਹਿੰਦੀ ਹੈ। ਇਹ ਵੀ ਮੁਸ਼ਕਿਲਾਂ ਪੇਸ਼ ਆਉਂਦੀਆਂ ਨੇ। ਕਈ ਵਾਰ ਹਸਬੈਂਡ ਦਾ ਸੁਭਾਅ ਇਹੋ ਜਿਹਾ ਹੈ, ਗੁੱਸੇ ਵਾਲਾ ਹੈ, ਜਾਂ ਕੋਈ ਵੀ ਗੱਲ ਹੈ, ਜਾਂ ਉਹਦੇ ਕੋਈ ਹੋਰ ਐਕਸਟਰਾ ਮੈਰਿਟਲ ਅਫੇਅਰਸ ਨੇ ਜੋ ਕੁੜੀ ਨੂੰ ਪਤਾ ਲੱਗਦੇ ਨੇ, ਉਹ ਇਤਰਾਜ਼ ਕਰਦੀ ਹੈ, ਤਾਂ ਵੀ ਉਹ ਕੁੱਟਾਂ ਮਾਰਾਂ ਖਾਂਦੀ ਹੈ। ਸੋ ਇਹ ਕੁੱਟਾਂ ਮਾਰਾਂ ਦਾ ਸਿਲਸਿਲਾ ਵੀ ਫੋਰਨ ਦੀ ਧਰਤੀ 'ਤੇ ਦੇਖਿਆ ਜਾਂਦਾ ਹੈ, ਜਿਸ ਨੂੰ ਅਸੀਂ ਡੋਮੈਸਟਿਕ ਵਾਇਲੈਂਸ ਕਹਿੰਦੇ ਹਾਂ। ਸੋ ਇਹ ਵੀ ਉਸ ਨੂੰ ਦਿੱਕਤ ਪੇਸ਼ ਆ ਸਕਦੀ ਹੈ। ਇੱਕ ਦਿੱਕਤ ਪੇਸ਼ ਆਉਂਦੀ ਹੈ ਡਾਉਰੀ, ਦਹੇਜ, ਕਿ ਜੋ ਮੁੰਡੇ ਵਾਲੇ ਨੇ ਲਗਾਤਾਰ ਕੁੜੀ ਵਾਲਿਆਂ ਕੋਲੋਂ ਦਹੇਜ ਮੰਗਦੇ ਰਹਿੰਦੇ ਨੇ, ਔਰ ਕਈ ਵਾਰ ਕੁੜੀ ਵਾਲੇ ਉਹਨਾਂ ਕੁਝ ਨਹੀਂ ਵੀ ਦੇ ਸਕਦੇ, ਤਾਂ ਵੀ ਇਹਨਾਂ ਦੀਆਂ ਮੰਗਾਂ ਜਾਰੀ ਰਹਿੰਦੀਆਂ ਨੇ। ਹਾਲਾਂਕਿ ਜਦੋਂ ਵੀ ਕੋਈ ਬੰਦਾ ਕੁੜੀ ਨੂੰ ਵਿਆਹੁੰਦਾ ਹੈ ਕਿਸੇ ਵੀ ਮੁੰਡੇ ਦੇ ਨਾਲ, ਤਾਂ ਹਾਲਾਂਕਿ ਦਹੇਜ ਜੋ ਹੈ ਕੋਈ ਅੱਛੀ ਚੀਜ਼ ਤਾਂ ਨਹੀਂ, ਕੋਈ ਵਧੀਆ ਚੀਜ਼ ਤਾਂ ਨਹੀਂ, ਕੋਈ ਚੰਗੀ ਚੀਜ਼ ਤਾਂ ਨਹੀਂ, ਪਰ ਫਿਰ ਵੀ ਜੋ ਪ੍ਰਥਾ ਬਣੀ ਹੋਈ ਹੈ ਉਹ ਚੱਲ ਰਹੀ ਹੈ ਕਿ ਪ੍ਰਥਾ ਇਹ ਹੈ ਕਿ ਕੁੜੀ ਨੂੰ ਕੋਈ ਨਾ ਕੋਈ ਗਿਫਟ ਦਿਓ, ਮੁੰਡੇ ਨੂੰ ਕੋਈ ਨਾ ਕੋਈ ਗਿਫਟ ਦਿਓ, ਖੁਸ਼ੀ ਦਾ ਮੌਕਾ ਹੈ, ਨਵੀਂ ਜ਼ਿੰਦਗੀ ਸ਼ੁਰੂ ਹੋਣ ਵਾਲੀ ਹੈ। ਜਿੱਥੇ ਤੱਕ ਇਹ ਗਿਫਟ ਤੱਕ ਹੈ ਗੱਲ, ਉੱਥੇ ਤੱਕ ਤੇ ਠੀਕ ਹੈ ਕਿ ਪਿਆਰ ਮੁਹੱਬਤ ਬਣਿਆ ਰਵੇ। ਪਰ ਜਦੋਂ ਲਾਲਚੀ ਲੋਕ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਤੰਗ ਕਰਦੇ ਨੇ, ਸਾਨੂੰ ਆਹ ਵੀ ਚਾਹੀਦਾ, ਸਾਨੂੰ ਉਹ ਵੀ ਚਾਹੀਦਾ, ਇੱਥੇ ਆ ਕੇ ਗੜਬੜ ਹੋ ਜਾਂਦੀ ਹੈ, ਇੱਥੇ ਆ ਕੇ ਗਲਤੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਲਾਲਚ ਕਰਕੇ ਉਹ ਕੁੜੀ ਵਾਲਿਆਂ ਨੂੰ ਬਾਰ-ਬਾਰ ਤੰਗ ਕਰਦੇ ਨੇ। ਤਾਂ ਕੁੜੀ ਹੈਗੀ ਹੈ ਫੋਰਨ ਲੈਂਡ ਦੇ ਵਿੱਚ, ਕੁੜੀ ਹੈਗੀ ਹੈ ਵਿਦੇਸ਼ੀ ਧਰਤੀ ਤੇ, ਦੂਸਰੇ ਮੁਲਕ ਦੇ ਵਿੱਚ, ਉੱਥੇ ਉਹ ਆਪਣਾ ਦੁੱਖ ਕਿਹਨੂੰ ਸੁਣਾਵੇ? ਜਦੋਂ ਵੀ ਫੋਨ ਕਰੇਗੀ ਆਪਣੇ ਮਾਂ-ਬਾਪ ਨੂੰ ਕਰੇਗੀ, ਹੋਰ ਮੰਗਦੇ ਨੇ, ਹੋਰ ਮੰਗਦੇ ਨੇ, ਹੁਣ ਮਾਂ-ਬਾਪ ਵੀ ਕਿੱਥੋਂ ਦੇਣ? ਸੋ ਇਹ ਸਮੱਸਿਆ ਪੈਦਾ ਹੁੰਦੀ ਹੈ, ਕਿਉਂਕਿ ਕੁੜੀ ਉਹਨੂੰ ਹੈਂਡਲ ਨਹੀਂ ਕਰ ਸਕਦੀ। ਲਾਲਚੀ ਲੋਕਾਂ ਨੂੰ ਕਿਵੇਂ ਹੈਂਡਲ ਕਰੇ? ਉਹ ਬਿਲਕੁਲ ਇਕੱਲੀ ਹੈ, ਉੱਥੇ ਉਹਦੇ ਮੁੰਡੇ ਦੇ ਮਾਂ-ਪਿਓ ਨੇ, ਉੱਥੇ ਉਹਦੇ ਹੋਰ ਰਿਸ਼ਤੇਦਾਰ ਨੇ, ਉਹ ਆਪ ਹੈ, ਉਹਦੇ ਭੈਣ ਭਰਾ ਹੋ ਸਕਦੇ ਨੇ, ਉਹ ਵਿਚਾਰੀ ਇਕੱਲੀ ਪੈ ਜਾਂਦੀ, ਉਹਦਾ ਕੋਈ ਸਾਥੀ ਨਹੀਂ। ਤਾਂ ਰੋਣ ਹੱਕੀ ਹੋ ਕੇ ਉਹ ਮਾਂ-ਬਾਪ ਨੂੰ ਫੋਨ ਕਰਦੀ ਹੈ, ਕੁੱਟਾਂ ਮਾਰਾਂ ਸਹਿੰਦੀ ਹੈ। ਤਾਂ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਇਸ ਕਰਕੇ ਬਹੁਤ ਕੌਸ਼ੀਅਸ ਹੋਣਾ ਪੈਂਦਾ, ਬਹੁਤ ਅਲਰਟ ਹੋਣਾ ਪੈਂਦਾ ਹੈ ਜਦੋਂ ਵੀ ਤੁਸੀਂ ਕਿਸੇ ਵੀ ਲੜਕੀ ਦਾ ਵਿਆਹ ਕਰਦੇ ਹੋ, ਕਿਸੇ ਫੋਰਨ ਲੈਂਡ ਦੇ ਉੱਤੇ ਤੁਸੀਂ ਆਪਣੀ ਕੁੜੀ ਨੂੰ ਤੋਰਦੇ ਹੋ, ਤਾਂ ਹਰ ਚੀਜ਼ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇੱਕ ਸਮੱਸਿਆ ਇਹ ਵੀ ਆਉਂਦੀ ਹੈ ਕਿ ਮੁੰਡੇ ਨੇ ਕੁੜੀ ਨੂੰ ਛੱਡ ਦਿੱਤਾ, ਛੱਡਣ ਵਾਲੀ ਗੱਲ ਕਰ ਦਿੱਤੀ, ਉਹਦੀ ਪਰਵਾਹ ਨਹੀਂ ਕਰਦਾ, ਉਹਦੇ ਕੋਲ ਆਉਂਦਾ ਨਹੀਂ, ਉਹਨੂੰ ਮਿਲਦਾ ਨਹੀਂ, ਉਹਨੂੰ ਫੋਨ ਤੇ ਗੱਲ ਨਹੀਂ ਹੁੰਦੀ, ਕਿਸੇ ਤਰ੍ਹਾਂ ਦਾ ਕੋਈ ਤਾਲੁਕ ਨਹੀਂ ਰੱਖਦਾ। ਰੀਜ਼ਨਸ ਕੁੜੀ ਨੂੰ ਨਹੀਂ ਪਤਾ, ਰੀਜ਼ਨਸ ਪਤਾ ਨੇ ਮੁੰਡੇ ਨੂੰ, ਰੀਜ਼ਨਸ ਪਤਾ ਨੇ ਮੁੰਡੇ ਦੇ ਮਾਂ-ਪਿਓ ਨੂੰ, ਉਹਦੇ ਰਿਸ਼ਤੇਦਾਰਾਂ ਨੂੰ, ਪਰ ਉਸ ਕੁੜੀ ਦੀ ਜ਼ਿੰਦਗੀ ਕੀ ਹੋਏਗੀ? ਬਰਬਾਦ ਕਰਕੇ ਰੱਖ ਦਿੱਤੀ ਤੁਸੀਂ। ਕਿਉਂ? ਕਿਉਂਕਿ ਤੁਸੀਂ ਉਹਦੇ ਨਾਲ ਕੋਈ ਸੰਬੰਧ ਨਹੀਂ ਰੱਖ ਰਹੇ। ਤੁਸੀਂ ਉਹਨੂੰ ਵਿਆਹ ਕੇ ਲਿਆਂਦਾ ਹੈ, ਤਾਂ ਤੁਸੀਂ ਉਹਦੇ ਨਾਲ ਕੋਈ ਸੰਬੰਧ ਤਾਂ ਰੱਖੋ। ਤੇ ਜੇ ਬੱਚੇ ਹੋ ਗਏ ਨੇ, ਉਹ ਅਲੱਗ ਪ੍ਰੋਬਲਮ ਹੈ, ਚਿਲਡਰਨ ਦੀ ਪ੍ਰੋਬਲਮ। ਬੱਚੇ ਕਿੱਥੇ ਰਹਿਣਗੇ? ਬੱਚੇ ਮਾਂ ਕੋਲ ਰਹਿਣਗੇ, ਪਿਓ ਕੋਲ ਰਹਿਣਗੇ, ਕਿਉਂਕਿ ਮਾਂ ਕੋਲ ਕੋਈ ਸਾਧਨ ਨਹੀਂ ਆਮਦਨੀ ਦਾ, ਉਹ ਪਾਲੂਗੀ ਕਿਵੇਂ? ਸੋ ਵਾਈਫ ਨੂੰ ਛੱਡ ਦਿੱਤਾ, ਜਾਂ ਬੱਚਿਆਂ ਨੂੰ ਹੀ ਛੱਡ ਦਿੱਤਾ, ਜਾਂ ਵਾਈਫ ਨੂੰ ਛੱਡ ਦਿੱਤਾ, ਬੱਚੇ ਸਾਂਭ ਲਏ, ਤੇ ਮਾਂ ਕੀ ਕਰੇ ਬਿਨਾਂ ਬੱਚਿਆਂ ਤੋਂ? ਸੋ ਇਹ ਸਾਰੀਆਂ ਸਮੱਸਿਆਵਾਂ ਵੀ ਕੁੜੀ ਨੂੰ ਸਾਹਮਣਾ ਕਰਨੀਆਂ ਪੈ ਸਕਦੀਆਂ ਨੇ। ਇਸ ਕਰਕੇ ਮਾਂ-ਬਾਪ ਨੂੰ ਖਾਸ ਅਲਰਟ ਹੋਣਾ ਪਏਗਾ ਕਿ ਜਦੋਂ ਵੀ ਮੈਰਿਜ ਦੇ ਵਿੱਚ ਉਹ ਆਪਣਾ ਕੋਈ ਰਿਸ਼ਤਾ ਬਣਾਉਂਦੇ ਨੇ, ਮੈਰਿਜ ਦੇ ਵਿੱਚ ਆ ਕੇ ਉਹ ਕਿਸੇ ਤਰ੍ਹਾਂ ਦੀ ਰਿਸ਼ਤੇਦਾਰੀ ਕਾਇਮ ਕਰਦੇ ਨੇ, ਕੋਈ ਡੀਲ ਕਰਦੇ ਨੇ, ਸੋ ਮੈਰਿਜ ਲਾਜ਼ ਡਿਫਰੈਂਟ ਹੋਣ ਕਰਕੇ ਕੁੜੀ ਨੂੰ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਆ ਸਕਦੀ ਹੈ। ਇਸ ਕਰਕੇ ਬੰਦੇ ਖਰੇ ਹੋਣ, ਜਿੱਥੇ ਕੁੜੀ ਨੂੰ ਵਿਆਹੋ, ਬੰਦੇ ਚੰਗੇ ਹੋਣ, ਇਸ ਗੱਲ ਦੇ ਵਾਸਤੇ ਤੁਸੀਂ ਸ਼ਿਓਰ ਹੋਣੇ ਚਾਹੀਦੇ ਹੋ। ਉਹਨਾਂ ਦਾ ਪੂਰਾ ਟਰੈਕ ਰਿਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਕੋਈ ਮਿੱਤਰ ਹੋਣਾ ਚਾਹੀਦਾ ਹੈ ਇਨਫੋਰਮੇਸ਼ਨ ਦੇਣ ਵਾਲਾ, ਕੋਈ ਰਿਸ਼ਤੇਦਾਰੀ ਹੋਣੀ ਚਾਹੀਦੀ ਹੈ, ਕੁਝ ਵੀ ਹੋਣਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਪੂਰੀ ਤਸੱਲੀ ਹੋ ਸਕੇ। ਤਾਂ ਹੀ ਤੁਸੀਂ ਆਪਣੀ ਲੜਕੀ ਦਾ ਵਿਆਹ ਕਰੋ ਉਸ NRI ਮੁੰਡੇ ਦੇ ਨਾਲ। ਸੋ ਇਹ ਕੁਝ ਸਮੱਸਿਆਵਾਂ ਅਸੀਂ ਗੱਲਬਾਤ ਕੀਤੀ ਹੈ ਜੋ NRIs ਨੂੰ ਜਾਂ NRIs ਦੇ ਨਾਲ ਸੰਬੰਧ ਰੱਖਣ ਵਾਲਿਆਂ ਨੂੰ ਡੀਲ ਕਰਨੀਆਂ ਪੈਂਦੀਆਂ ਨੇ, ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਸਮੱਸਿਆਵਾਂ ਦਾ। ਤਾਂ ਇਹ ਅਸੀਂ ਉਹਨਾਂ ਦਾ ਜ਼ਿਕਰ ਕੀਤਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਇਸੇ ਤਰ੍ਹਾਂ ਹੀ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।